ਵਾਹਿਗੁਰੂ ਸਾਹਿਬ ਜੀ। ਜਿਹੋ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਏ। ਗਰੀਬ ਨਿਵਾਜ਼। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਤਿਕਾਰ ਪਿਆਰ ਵਿੱਚ ਸਤਿਗੁਰੂ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੁਕੱਦਸ ਨਿਵਾਜੀ ਹੋਈ ਇਸ ਧਰਤੀ ਤੇ ਹਾਜ਼ਰੀ ਭਰ ਰਹੇ ਗੁਰਸਿੱਖ ਪਿਆਰਿਓ, ਗੁਰੂ ਅਸੀਸ ਸਾਂਝੀ ਕਰੋ। ਫਿਰ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੇ ਭਾਗਾਂ ਵਾਲੀਆਂ ਰੂਹਾਂ ਹੋਣਗੀਆਂ ਜਿਨ੍ਹਾਂ ਨੇ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਚਾਰ ਨੂੰ ਸੁਣਿਆ। ਸ਼ਬਦ ਜਪਜੀ ਸਾਹਿਬ ਜੀ ਤੋਂ ਲੈ ਕੇ ਸੰਪੂਰਨਤਾ ਤੱਕ ਜਿਨ੍ਹਾਂ ਨੇ ਸਰਵਣ ਕੀਤੇ ਆ। ਬਹੁਤ ਸਾਰੇ ਉਹ ਹੋਣਗੇ ਜਿਨ੍ਹਾਂ ਨੇ ਵਿੱਚ ਵਿਚਾਲੇ ਸ਼ੁਰੂ ਕੀਤਾ ਕਿਸੇ ਕਾਰਨ ਕਰਕੇ, ਤਾਂ ਫਿਰ ਸੁਭਾਗ ਸਾਨੂੰ ਮਿਲਿਆ। ਜਿਹੜੇ ਸਰੋਤੇ ਨੇ ਉਹਨਾਂ ਨੂੰ ਫਿਰ ਇਹ ਭਾਗਾਂ ਵਾਲਾ ਸਮਾਂ ਮਿਲਿਆ, ਇੱਕ ਇੱਕ ਬਚਨ ਸਤਿਗੁਰ ਜੀ ਦਾ ਬੈਠ ਕੇ ਵਿਚਾਰੀਏ। ਤੇ ਇਹ ਵਿਚਾਰ ਸੰਪੂਰਨ ਨਹੀਂ ਹੈ ਵੀ ਜੋ ਕਹਿ ਦਿੱਤਾ ਹੈ ਇਹੀ ਆਖਰੀ ਵਿਚਾਰ ਹੈ। ਜਿੰਨੀ ਵਾਰ ਚੁੱਭੀ ਲਾਉਂਦੇ ਜਾਵਾਂਗੇ ਉਨੀ ਵਾਰ ਗਹਿਰੇ ਤਲ ਤੋਂ ਬਹੁਤ ਸਾਰੇ ਮਾਣਕ ਅਮੋਲਕ ਰਤਨ ਸਾਨੂੰ ਪ੍ਰਾਪਤ ਹੋਣਗੇ। ਇਸ ਵਾਸਤੇ ਜਿੰਨੀ ਵਾਰੀ ਚੁੱਭੀ ਲਾਈਏ ਉਨੀ ਵਾਰੀ ਥੋੜੀ ਹੈ। ਸਾਨੂੰ ਮਹਾਰਾਜ ਨੇ ਹੁਕਮ ਕੀਤਾ ਇਸ ਕਿਰਿਆ ਨੂੰ ਰਿਪੀਟ ਕਰਨ ਦਾ। ਜਦੋਂ ਮਹਾਰਾਜ ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀਐ, ਇਸ ਕਿਰਿਆ ਨੂੰ ਦੁਹਰਾਉਣ ਦਾ ਹੁਕਮ ਕੀਤਾ ਮਹਾਰਾਜ ਨੇ। ਬਾਰ ਬਾਰ ਸਿੱਖ ਸ਼ਬਦ ਨੂੰ ਪੜ੍ਹਦਾ ਹੈ, ਸ਼ਬਦ ਨੂੰ ਵਿਚਾਰਦਾ ਹੈ, ਬਾਰ ਬਾਰ ਸਿੱਖ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ। ਤਾਂ ਇਹ ਬੜੀ ਵੱਡੀ ਕਿਰਪਾ ਹੋਈ। ਬਚਨ ਤੁਸੀਂ ਸੁਣਿਆ ਜਪਜੀ ਸਾਹਿਬ ਜੀ ਦੀ ਬਾਣੀ, ਜਿਹਦਾ ਨਾਮ ਜਪ ਸਰਲੇਖ ਹੈ ਬਾਣੀ ਦਾ। ਸਤਿਕਾਰ ਵਜੋਂ ਜੀ ਤੇ ਸਾਹਿਬ ਸ਼ਬਦ ਅਸੀਂ ਆਪਣੇ ਕੋਲੋਂ ਲਾਉਂਦੇ ਹਾਂ। ਮੂਲ ਮੰਤਰ ਦੀ ਸੰਪੂਰਨਤਾ ਤੋਂ ਬਾਅਦ ਬਾਣੀ ਦਾ ਸਰਲੇਖ ਸ਼ੁਰੂ ਹੁੰਦਾ ਹੈ ਜਪ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਣੀਆਂ ਦੇ ਸਰਲੇਖ ਜਿਨ੍ਹਾਂ ਦੇ ਦਿੱਤੇ ਨੇ, ਜਾਂ ਬਾਣੀ ਦੀ ਬਣਤਰ 'ਚੋਂ ਸਭ ਤੋਂ ਪਹਿਲੀ ਬਾਣੀ ਹੈ। ਮਹਾਰਾਜ ਨੇ ਇਹਦੇ ਪਹਿਲਾਂ ਵੀ ਤੇ ਫਿਰ ਜਪ ਲਿਖ ਕੇ ਬਾਅਦ ਵਿੱਚ ਵੀ ਦੋ ਡੰਡੀਆਂ ਇਹਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਨ ਵਾਸਤੇ ਲਾਈਆਂ। ਜਪ ਬਾਣੀ ਆਰੰਭ ਹੋ ਗਈ। ਸਾਰੇ ਪੰਥ ਦੀ ਇਸ ਗੱਲ ਉੱਤੇ ਸਮੇਲਤ ਹੈ ਵੀ ਇਹ ਬਾਣੀ ਜਪਜੀ ਸਾਹਿਬ ਜਿਹਨੂੰ ਅਸੀਂ ਕਹਿੰਦੇ ਹਾਂ, ਅੰਮ੍ਰਿਤ ਦੀ ਬਾਣੀਆਂ ਵਿੱਚੋਂ ਪਹਿਲੀ ਬਾਣੀ ਹੈ, ਨਿਤਨੇਮ ਦੀ ਬਾਣੀਆਂ ਵਿੱਚੋਂ ਪਹਿਲੀ ਬਾਣੀ ਹੈ। ਤੇ ਜਿਵੇਂ ਸਤਿਕਾਰਯੋਗ ਸਿੰਘ ਸਾਹਿਬ ਦੱਸ ਰਹੇ ਸੀ, ਸਾਡੇ ਆਦਿ ਤੋਂ ਸਾਡੇ ਅੰਤ ਤੱਕ ਇਸ ਬਾਣੀ ਦਾ ਸਾਡੇ ਨਾਲ ਸੰਬੰਧ ਹੈ। ਸਿੱਖੀ ਦੀ ਵਿਲੱਖਣਤਾ ਦਾ ਪ੍ਰਤੱਖ ਪ੍ਰਮਾਣ ਹੈ ਇਹ ਬਾਣੀ। ਪਹਿਲਾ ਬਚਨ ਹੀ ਜਦੋਂ ਅਸੀਂ ਪੜ੍ਹਦੇ ਹਾਂ ਨਾ ਮੂਲ ਮੰਤਰ ਦਾ, ਇੱਕ ਓੰਕਾਰ। ਜਦੋਂ ਇਸ ਬਾਣੀ ਦਾ ਇੱਕ ਇੱਕ ਬਚਨ ਅਸੀਂ ਪੜ੍ਹਦੇ ਹਾਂ ਤੇ ਆਪ ਜੀ ਨੇ ਵਿਚਾਰ ਸੁਣੀ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਗੁਰੂ ਨਾਨਕ ਦੀ ਨਿਆਰੀ ਨਿਰਮਲ ਵਿਚਾਰਧਾਰਾ ਦਾ ਇਹ ਪ੍ਰਤੱਖ ਪ੍ਰਮਾਣ ਹੈ ਸਾਡੇ ਸਾਹਮਣੇ। ਸਾਡੇ ਵਾਸਤੇ ਵਾਹਿਗੁਰੂ ਜੀ ਦੇ ਦਰਸ਼ਨ ਹਨ। ਜਪਜੀ ਸਾਹਿਬ ਜੀ ਦੀ ਬਾਣੀ ਵਾਹਿਗੁਰੂ ਜੀ ਦੇ ਸੰਪੂਰਨ ਦਰਸ਼ਨ ਨੇ। ਸਾਧ ਸੰਗਤ, ਜੇ ਅਸੀਂ ਚਾਹੁੰਦੇ ਹਾਂ ਕਿ ਕਰਤਾ ਪੁਰਖ ਦੇ, ਅਕਾਲ ਦੇ, ਅਜੂਨੀ ਦੇ, ਨਿਰਵੈਰ ਦੇ, ਨਿਰਭਉ ਦੇ, ਸਹਿ ਭੰਗ ਦੇ ਸੰਪੂਰਨ ਦਰਸ਼ਨ ਕਰੀਏ
ਤੇ ਅਸੀਂ ਉਸ ਭਗਵਾਨ ਨੂੰ ਆਪ ਘੜ ਕੇ ਆਪ ਬਣਾ ਕੇ ਉਹਨੂੰ ਨਹੀਂ ਵੇਖ ਸਕਦੇ। ਉਹ ਘੜਨਹਾਰਾ ਨਿਰੰਕਾਰ ਜਿਹੜਾ ਹੈ ਉਹਦੇ ਸੰਪੂਰਨ ਦਰਸ਼ਨ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਸਮਝ ਕੇ ਹੋਣਗੇ। ਤਾਂ ਮਹਾਰਾਜ ਨੇ ਬਹੁਤ ਭਾਗਾਂ ਵਾਲਾ ਸਮਾਂ ਬਖਸ਼ਿਆ ਕਿ ਤੁਸੀਂ ਬਾਣੀ ਦੀ ਵਿਚਾਰ ਨਾਲ ਜੁੜੇ ਹੋ। ਅਰਦਾਸ ਕਰਿਓ ਜਿਹੜੇ ਨੇਮ ਦੇ ਸਰੋਤੇ ਨੇ ਟੁੱਟ ਨਾ ਜਾਈਏ, ਖੁੰਝ ਨਾ ਜਾਈਏ, ਇਹ ਖਜ਼ਾਨੇ ਨੂੰ ਰੱਜ ਰੱਜ ਕੇ ਮਾਣੀਏ, ਲੁੱਟੀਏ। ਗੁਰੂ ਸਾਹਿਬ ਨੇ ਕਿਹਾ ਲੁੱਟੋ ਇਹਨੂੰ। ਤੋ ਬਚਨ ਇੱਥੋਂ ਆਰੰਭ ਹੋਇਆ, ਤੀਰਥ ਨਾਵਣ ਜਾਓ। ਬਚਨ ਹੈ ਤੀਰਥ ਨਾਵਾ ਜੇ ਤਿਸ ਪਾਵਾਂ। ਖਿਮਾ ਕਰਨਾ, ਅਸੀਂ ਬੜੀ ਵਾਰ ਇਹ ਸ਼ਬਦ ਦਾ ਪ੍ਰਮਾਣ ਵਰਤਦੇ ਹਾਂ, ਤੀਰਥ ਨਾਵਣ ਜਾਓ। ਤੀਰਥ ਨਾਮ ਹੈ। ਜਦੋਂ ਸ਼ਬਦ ਤੀਰਥ ਹੁੰਦਾ ਤੇ ਸਾਡੀ ਮਾਨਸਿਕਤਾ ਇੱਕਦਮ ਉਹਨਾਂ ਨਦੀਆਂ, ਨਾਲਿਆਂ, ਉਹਨਾਂ ਤਲਾਬਾਂ, ਉਹਨਾਂ ਤੱਟਾਂ ਵੱਲ ਜਾਂਦੀ ਹੈ ਜਿੱਥੇ ਦੁਨੀਆ ਨਹਾ ਕੇ ਸੋਚਦੀ ਸੀ ਮੁਕਤ ਹੋ ਜਾਵਾਂਗੇ। ਅਸੀਂ ਆਪਣੇ ਵਿਖਿਆਨ ਦੇ ਵਿੱਚ ਜਿੰਨਾ ਕੁਝ ਜ਼ਿਕਰ ਕਰਦੇ ਹਾਂ ਉਹਨਾਂ ਨਦੀਆਂ ਨਾਲਿਆਂ ਦਾ ਕਰਦੇ ਹਾਂ, ਫਿਰ ਉਹਨਾਂ ਟਿਕਾਣਿਆਂ ਮੁਕਾਮਾਂ ਦਾ ਕਰਦੇ ਹਾਂ ਜਿੱਥੇ ਦੁਨੀਆ ਸਮਝਦੀ ਹੈ ਕਿ ਨਹਾਵਾਂਗੇ ਰੱਬ ਮਿਲ ਜਾਏਗਾ, ਨਹਾਵਾਂਗੇ ਪਾਪ ਕੱਟੇ ਜਾਣਗੇ, ਨਹਾਵਾਂਗੇ ਮੁਕਤ ਹੋ ਜਾਗੇ। ਪਰ ਸਾਧ ਸੰਗਤ, ਜਦੋਂ ਥੋੜ੍ਹਾ ਜਿਹਾ ਸਹਿਜ ਨਾਲ ਸਮਝਣ ਦਾ ਯਤਨ ਕਰਾਂਗੇ ਤੇ ਗੱਲ ਸਿਰਫ ਨਹਾਉਣ ਦੀ ਨਹੀਂ ਹੈ। ਅਸੀਂ ਸੁਰਖਰੂ ਹੋ ਜਾਂਦੇ ਹਾਂ ਨਾ ਜੀ। ਖਾਸ ਕਰਕੇ ਮੈਂ ਆਪਣੀ ਗੱਲ ਕਰਦਾ, ਵਿਆਖਿਆ ਕਰਦੇ ਹਾਂ, ਅਸੀਂ ਬਰੀ ਹੋ ਜਾਂਦੇ ਹਾਂ ਜਦੋਂ ਗੱਲ ਅਸੀਂ ਸਿਰਫ ਤੀਰਥ ਦੀ ਕਰਦੇ ਹਾਂ ਤੇ ਉਂਗਲ ਕਿਸੇ ਵੱਲ ਹੁੰਦੀ ਹੈ। ਵੈਸੇ ਸੱਚੇ ਪਾਤਸ਼ਾਹ ਜੀ ਨੇ ਮੋਹਰ ਨਹੀਂ ਲਾਈ ਵੀ ਅਸੀਂ ਉਂਗਲਾਂ ਤੇ ਗਿਣਤੀ ਗਿਣਨੀ ਸ਼ੁਰੂ ਕਰ ਦਈਏ ਤੇ ਕਹੀਏ ਵੀ ਜਿੱਦਣ 68 ਹੋ ਜਾਣਗੇ, 68 ਹੋ ਜਾਣਗੇ, ਉਦਣ ਮੁਕਤੀ ਹੋ ਜਾਏਗੀ। ਇਹ ਨਿਰੋਲ ਭਰਮ ਹੈ। ਪਰ ਜਦੋਂ ਸ਼ਬਦ ਇੱਥੇ ਆਇਆ ਤੀਰਥ ਨਾਵਾ ਜੇ ਤਿਸ ਭਾਵਾਂ, ਤੇ ਗੱਲ ਸਿਰਫ ਨਦੀ ਤੇ ਤੱਟ ਤੇ ਕਿਸੇ ਤਲਾਬ ਤੇ ਕਿਸੇ ਮੁਕਾਮ ਤੇ ਨਹਾਉਣ ਦੀ ਨਹੀਂ ਹੈ। ਮਤਲਬ ਇਹ ਹੈ ਕਿ ਬੰਦਾ ਰੱਬ ਨੂੰ ਪਾਉਣ ਵਾਸਤੇ, ਰੱਬ ਨੂੰ ਰਿਝਾਉਣ ਵਾਸਤੇ ਬੜੇ ਕਰਮ ਕਰਦਾ ਹੈ। ਸਿਰਫ ਨਦੀ ਤੇ ਨਹੀਂ ਨਹਾਉਂਦਾ। ਜਦੋਂ ਅਸੀਂ ਆਪਣੇ ਵੱਲ ਝਾਤੀ ਮਾਰਾਂਗੇ ਅਸੀਂ ਵੀ ਬੜੇ ਕਰਮ ਕਰਦੇ ਹਾਂ। ਸਾਡਾ ਪ੍ਰੀਤਮ, ਸਾਡਾ ਪਿਆਰਾ, ਸਾਡਾ ਪਰਮੇਸ਼ਰ ਸਾਡੇ ਤੇ ਰੀਝ ਜਾਵੇ, ਬਹੁਤ ਕਰਮ ਕਰਦੇ ਅਸੀਂ। ਸਵੇਰੇ ਉੱਠਦੇ ਹਾਂ, ਇਸ਼ਨਾਨ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਸੇਵਾ ਕਰਦੇ ਹਾਂ, ਬਹੁਤ ਸਾਰੇ ਕਰਮ ਕਰਦੇ ਹਾਂ। ਅਸੀਂ ਦਿਨ ਰਾਤ ਸਿਮਰਨ ਕਰਦੇ ਗੁਰਮੁਖ ਭਾਗਾਂ ਵਾਲੇ। ਮਕਸਦ ਸਾਡਾ ਵੀ ਕੀ ਹੈ ਕਿ ਵਾਹਿਗੁਰੂ ਰੀਝ ਜਾਏ। ਉਹ ਵੱਖਰੀ ਗੱਲ ਹੈ ਵੀ ਕਿਸੇ ਨੂੰ ਸਿੱਖਿਆ ਮਿਲੀ ਕਿ ਨਦੀਆਂ ਤੇ ਨਹਾਉਣਾ ਹੈ, ਸਾਨੂੰ ਸਿੱਖਿਆ ਮਿਲੀ ਭਾਈ ਤੂੰ ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ। ਸਾਡਾ ਨਾਮ ਹੀ ਤੀਰਥ ਹੈ। ਪਰ ਨਿਸ਼ਾਨਾ ਕੀ ਹੈ? ਵਾਹਿਗੁਰੂ ਜੀ ਨੂੰ ਰਿਝਾਉਣਾ। ਤੀਰਥ ਤੇ ਨਹਾਉਣ ਵਾਲੇ ਦਾ ਵੀ ਨਿਸ਼ਾਨਾ ਇਹ ਹੈ, ਮਤਲਬ ਕਰਮਕਾਂਡ ਕਰਨ ਵਾਲੇ ਦਾ ਵੀ ਉਹ ਵੱਖਰੀ ਗੱਲ ਕਿ ਗੁਰੂ ਦਾ ਗਿਆਨ ਨਹੀਂ ਮਿਲਿਆ ਤੇ ਉਹ ਆਪਣੇ ਢੰਗ ਨਾਲ ਕਰ ਰਿਹਾ। ਸਾਨੂੰ ਗੁਰੂ ਦਾ ਗਿਆਨ ਮਿਲਿਆ, ਅਸੀਂ ਵੀ ਕਰਮ ਕਰ ਰਹੇ ਹਾਂ, ਅਸੀਂ ਆਪਣੇ ਢੰਗ ਨਾਲ ਕਰ ਰਹੇ ਹਾਂ। ਮਕਸਦ ਦੋਨਾਂ ਦਾ ਕੀ ਹੈ ਕਿ ਮੇਰਾ ਪਰਮੇਸ਼ਰ ਰੀਝ ਜਾਏ, ਮੈਨੂੰ ਕੁਝ ਮਿਲ ਜਾਵੇ। ਉਹ ਮੰਗ ਵੱਖਰੀ ਵੱਖਰੀ ਹੋ ਸਕਦੀ ਹੈ। ਕਿਸੇ ਦੀ ਮੰਗ ਮੁਕਤੀ ਹੋ ਸਕਦੀ ਹੈ, ਕਿਸੇ ਦੀ ਮੰਗ ਸਵਰਗ ਹੋ ਸਕਦੀ ਹੈ, ਕਿਸੇ ਦੀ ਮੰਗ ਵਾਹਿਗੁਰੂ ਵਿੱਚ ਲੀਨ ਹੋਣਾ ਹੋ ਸਕਦਾ ਹੈ। ਕੁਛ ਤੇ ਚਾਹ ਰਹੇ ਹਾਂ ਨਾ, ਕਰਮ ਕਰ ਰਹੇ ਹਾਂ ਅਸੀਂ ਕਿ ਵਾਹਿਗੁਰੂ ਸਾਡੇ ਤੇ ਰੀਝੇ, ਖੁਸ਼ ਹੋਵੇ, ਸਾਡੀ ਮੰਗ ਪੂਰੀ ਹੋ ਜਾਏ, ਜਨਮ ਮਰਨ ਕੱਟਿਆ ਜਾਏ। ਜਾਂ ਕੋਈ ਕਹਿੰਦਾ ਮੈਨੂੰ ਪਦਾਰਥ ਪ੍ਰਾਪਤ ਹੋ ਜਾਣ। ਪਦਾਰਥ ਮੰਗਣਾ ਵੀ ਕਿਹੜਾ ਗੁਨਾਹ ਹੈ ਜੀ? ਮੈਂ ਬੜੇ ਨੇਮ ਨਾਲ ਗੁਰਦੁਆਰੇ ਜਾਂਦਾ, ਮੇਰਾ ਵਾਹਿਗੁਰੂ ਟੁੱਟ ਪਏਗਾ, ਮੇਰੀ ਮੰਗ ਪੂਰੀ ਕਰ ਦੇਗਾ। ਕਿਸੇ ਦੀ ਸੰਸਾਰ ਦੀ ਮੰਗ ਹੋ ਸਕਦੀ ਹੈ, ਪਦਾਰਥ ਦੀ ਮੰਗ ਹੋ ਸਕਦੀ ਹੈ, ਕਿਸੇ ਦੀ ਪਰਮਾਰਥ ਦੀ ਮੰਗ ਹੋ ਸਕਦੀ ਹੈ। ਅਗਲੀ ਗੱਲ ਜਿੱਤੇ ਮੋਹਰ ਸਤਿਗੁਰੂ ਜੀ ਲਾ ਰਹੇ ਨੇ, ਮਹਾਰਾਜ ਕਹਿੰਦੇ ਵੀ ਇਹ ਕਰਮ ਪ੍ਰਵਾਨ ਕਦੋਂ ਹੁੰਦੇ ਹੈ? ਇੱਕ ਲੰਬਾ ਵਿਸਥਾਰ ਹੈ। ਜਦੋਂ ਅਸੀਂ ਪੇਸ਼ ਕਰਨਾ ਹੋਏਗਾ ਤੇ ਤੀਰਥ ਦੇ ਖੰਡਨ ਵਾਸਤੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਤੇ ਮੈਂ ਕਹਾਂਗਾ ਨਹੀਂ, ਮੇਰੇ ਵਾਸਤੇ ਨਹੀਂ ਕਿਹਾ, ਜਿਹੜਾ ਨਦੀ ਤੇ ਜਾ ਰਿਹਾ ਉਹਦੇ ਵਾਸਤੇ ਕਿਹਾ।
ਸਾਡੇ ਵਾਸਤੇ ਵੀ ਕਿਹਾ ਸਾਧ ਸੰਗਤ। ਜਿਹੜਾ ਨਦੀ ਤੇ ਜਾ ਰਿਹਾ ਉਹਦੇ ਵਾਸਤੇ ਨਹੀਂ ਕਿਹਾ, ਜਿਹੜਾ ਸਰੋਵਰ ਤੇ ਆ ਰਿਹਾ ਉਹਦੇ ਵਾਸਤੇ ਵੀ ਕਿਹਾ। ਅਸੀਂ ਬਹੁਤ ਸੁਰਖਰੂ ਹਾਂ ਤੇ ਅਸੀਂ ਬੜੀ ਸਿਆਣਪ ਚਤੁਰਾਈ ਦੇ ਨਾਲ ਇਹਦੀ ਵਿਆਖਿਆ ਕਰਦੇ ਹਾਂ, ਆਪਣੇ ਆਪ ਨੂੰ ਸੇਫ ਕਰਕੇ ਕਰਦੇ ਹਾਂ, ਮੂੰਹ ਮਲਾਜੇ ਰੱਖ ਕੇ ਕਰਦੇ ਹਾਂ। ਕਈ ਵਾਰੀ ਜੇ ਗੰਗਾ ਤੇ ਤੱਟ ਤੇ ਜਾਣ ਵਾਲਿਆਂ ਵਾਸਤੇ ਕਿਹਾ ਤੇ ਸਰੋਵਰ ਤੇ ਜਾਣ ਵਾਲਿਆਂ ਵਾਸਤੇ ਵੀ ਕਿਹਾ ਵੀ ਮਨ ਦੇ ਵਿੱਚ ਖੋਟ ਹੈ, ਜ਼ਿੰਦਗੀ ਦੇ ਕਰਮ ਬੁਰੇ ਨੇ, ਤੇ ਤੂੰ ਕਹਿੰਦਾ ਵੀ ਮੈਂ ਪਾਪ ਲਾਉਣ ਵਾਸਤੇ ਚੱਲਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਤਨ ਦੀ ਮੈਲ ਤੇ ਲੱਥੀ, ਮਨ ਦੀ ਮਾਇਲ ਹੋਰ ਨਾਲ ਲੈ ਕੇ ਆ ਗਿਆ, ਕਿਉਂਕਿ ਅੰਦਰੋਂ ਖੋਟ ਨਹੀਂ ਗਈ, ਨੀਅਤ ਮਾੜੀ ਹੈ, ਮਨ ਖੋਟੇ, ਤਨ ਚੋਰ, ਇੱਕ ਪੌ ਲੱਥੀ ਨਾਤਿਆ, ਦੋਏ ਪੌ ਚੜੀ ਆ ਹੋਰ। ਥੋੜਾ ਜਿਹਾ ਇਹਨੂੰ ਬਰੀਕੀ ਨਾਲ ਸਮਝ ਲਈਏ। ਸਿਰਫ ਨਦੀ ਵਾਲੇ ਵਾਸਤੇ ਨਹੀਂ ਕਿਹਾ, ਮੇਰੇ ਵਾਸਤੇ ਵੀ ਆਖਿਆ। ਸਿਰਫ ਤੱਟ ਤੇ ਜਾਣ ਵਾਲੇ ਵਾਸਤੇ ਨਹੀਂ ਕਿਹਾ, ਗੁਰਦੁਆਰੇ ਵਾਲੇ ਆਉਣ ਵਾਲੇ ਵਾਸਤੇ ਵੀ ਆਖਿਆ। ਸਿਰਫ ਕਰਮਕਾਂਡ ਕਰਨ ਵਾਲੇ ਵਾਸਤੇ ਨਹੀਂ ਕਿਹਾ, ਸੇਵਾ ਕਰਨ ਵਾਲੇ ਵਾਸਤੇ ਵੀ ਕਿਹਾ। ਕੋਈ ਭਾਂਡੇ ਮਾਂਜ ਰਿਹਾ, ਕੋਈ ਹੱਠ ਕਰ ਰਿਹਾ। ਕਰਮ ਉਦੋਂ ਪ੍ਰਵਾਨ ਹੋਣਾ ਜਦੋਂ ਤੈਨੂੰ ਭਾ ਜਾਏ। ਆਪਾਂ ਅਕਸਰ ਬਚਨ ਸੁਣਦੇ ਹਾਂ, ਸਾ ਸੇਵਾ ਕੀਤੀ ਸਫਲ ਹੈ। ਹੁਣ ਕਰਤੇ ਸੇਵਾ ਰਿਹਾ। ਮੰਨ ਲਓ ਇੱਕ ਬੰਦਾ ਕਹਿੰਦਾ ਉਹ ਜੰਗਲ 'ਚ ਬੈਠਾ ਜੀ, ਉਹ ਗੁਫਾ ਵਿੱਚ ਬੈਠਾ ਜੀ, ਉਹ ਕਰਮ ਕਾਂਡ ਕਰ ਰਿਹਾ ਜੀ, ਉਹ ਪੁੱਠਾ ਲਟਕ ਰਿਹਾ ਜੀ, ਉਹ ਜਲ ਧਾਰੇ ਕਰ ਰਿਹਾ ਜੀ, ਤੇ ਅਸੀਂ ਕਹੀਏ ਜੀ ਉਹਦੇ ਵਾਸਤੇ ਕਿਹਾ, ਮੈਂ ਤੇ ਗੁਰਦੁਆਰੇ ਭਾਂਡੇ ਮਾਂਜਦਾ, ਮੈਂ ਤੇ ਗੁਰਦੁਆਰੇ ਝਾੜੂ ਦਿੰਦਾ, ਮੈਂ ਤੇ ਜੋੜੇ ਸਾਫ਼ ਕਰਦਾ, ਮੈਂ ਤੇ ਪ੍ਰਵਾਨ ਹੀ ਪ੍ਰਵਾਨ ਹਾਂ। ਨਹੀਂ ਭਾਈ, ਗੱਲ ਤੇ ਭਾ ਜਾਣਦੀ ਹੈ। ਉਦੋਂ ਮੋਹਰ ਲੱਗੀ ਜਦੋਂ ਕਿਹਾ ਸਾ ਸੇਵਾ ਕੀਤੀ ਸਫਲ ਹੈ, ਜਦ ਸਤਿਗੁਰ ਕਾ ਮਨ ਮੰਨੇ। ਸੇਵਾ ਕਰ ਰਿਹਾ ਪਰ ਲੇਖੇ ਉਦੋਂ ਜਦੋਂ ਸਤਿਗੁਰ ਦਾ ਮਨ ਮੰਨ ਗਿਆ, ਜਦੋਂ ਸਤਿਗੁਰ ਜੀ ਨੂੰ ਭਾ ਗਈ। ਤੀਰਥ ਨਾਵਾਂ ਜੇ ਤਿਸ ਭਾਵਾਂ। ਤੇ ਮੈਂ ਦੁਬਾਰਾ ਬੇਨਤੀ ਕਰ ਰਿਹਾ ਕਿ ਤੀਰਥ ਦੀ ਵਿਆਖਿਆ ਕਰਕੇ ਸੁਰਖਰੂ ਨਹੀਂ ਹੋ ਸਕਣਾ। ਸਿਰਫ ਨਦੀ ਤੇ ਜਾਣ ਵਾਲੇ ਵਾਸਤੇ ਜਾਂ ਕਰਮਕਾਂਡ ਕਰਨ ਵਾਲੇ ਵਾਸਤੇ ਨਹੀਂ, ਮੇਰੇ ਵਾਸਤੇ ਵੀ ਹੈ। ਮੇਰਾ ਨਿਤਨੇਮ ਉਦਨ ਪ੍ਰਵਾਨ ਜਿੱਦਨ ਤੈਨੂੰ ਭਾ ਗਿਆ, ਮੇਰਾ ਨਾਮ ਜਪਿਆ ਉਦਨ ਪ੍ਰਵਾਨ ਜਿੱਦਨ ਤੈਨੂੰ ਭਾ ਗਿਆ। ਮੈਂ ਗੁਰਦੁਆਰੇ ਬੈਠ ਕੇ ਵੀ ਚਤਰਾਈ ਕਰ ਸਕਦਾ, ਮੈਂ ਜੋੜੇ ਪਾਲਿਸ਼ ਕਰਦਾ ਵੀ ਹੰਕਾਰ 'ਚ ਭਰਿਆ ਹੋ ਸਕਦਾ। ਬਹੁਤ ਵਾਰੀ ਧੜੇ ਬਣੇ ਹੁੰਦੇ ਆ ਜੀ, ਸਵੇਰ ਵਾਲੀ ਸੇਵਾ ਦਾ ਵੱਖਰੇ ਧੜੇ ਹੁੰਦੇ ਆ, 2-3 ਸ਼ਾਮ ਵਾਲੀ ਸੇਵਾ ਦੇ ਵੱਖਰੇ ਧੜੇ ਹੁੰਦੇ ਆ ਬਹੁਤੇ ਗੁਰਦੁਆਰਿਆਂ 'ਚ। ਮੈਂ ਕਿਸੇ ਇੱਕ ਟਿਕਾਣੇ ਦੀ ਗੱਲ ਨਹੀਂ ਕਰ ਰਿਹਾ। ਕਈ ਵਾਰੀ ਉਹਨਾਂ ਧੜਿਆਂ ਦੀ ਲੜਾਈ ਦੇ ਵਿੱਚ ਕਿਸੇ ਨੂੰ ਖਮਿਆਜੇ ਵੀ ਭੁਗਤਣੇ ਪੈਂਦੇ। ਹੁਣ ਕਰ ਤੇ ਸੇਵਾ ਰਿਹਾ, ਪ੍ਰਵਾਨ ਹੋ ਗਿਆ। ਜੇ ਅਸੀਂ ਫਿਜ਼ੀਕਲੀ ਵੇਖੀਏ ਤੇ ਪ੍ਰਿਥੀ ਚੰਦ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ, ਉਹ ਪ੍ਰਬੰਧ ਕਰਦਾ ਹੈ, ਉਹ ਲੰਗਰ ਵੱਲ ਵੇਖਦਾ ਹੈ, ਉਹ ਸੰਗਤ ਦੀ ਰਿਹਾਇਸ਼ ਵੇਖਦਾ ਹੈ, ਉਹ ਲੋਕਾਂ ਨਾਲ ਡੀਲਿੰਗ ਕਰਦਾ ਹੈ, ਬੜਾ ਮੇਲ ਜੋਲ ਹੈ। ਉਹ ਸਧਾਰਨ ਰੂਪ ਵਿੱਚ ਸੌਂਦਾ ਨਹੀਂ ਹੈ, ਬਹਿੰਦਾ ਨਹੀਂ ਹੈ, ਲੇਟ ਸੌਂਦਾ ਹੈ, 1 ਮਿੰਟ ਬੈਠ ਕੇ ਨਹੀਂ ਵੇਖਦਾ। ਵੇਖਣ ਨੂੰ ਤੇ ਬੜੀ ਸੇਵਾ ਹੋ ਰਹੀ ਹੈ ਭਾਈ। ਰਹਿ ਵੀ ਗੁਰੂ ਕੋਲ ਰਿਹਾ, ਗੁਰਦੁਆਰੇ ਰਿਹਾ, ਹਰਮੰਦਰ ਸਾਹਿਬ ਰਹਿ ਰਿਹਾ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਹੈ, ਉੱਥੇ ਹੀ ਸਰੋਵਰ ਹੈ, ਉੱਥੇ ਹੀ ਗੁਰੂ ਹੈ, ਉੱਥੇ ਹੀ ਕੀਰਤਨ ਹੈ। ਕੀ ਭਾ ਗਈ ਸੇਵਾ। ਹੁਣ ਸੇਵਾ ਪਾਉਣੀ ਕਦੋਂ ਸੀ? ਜਦੋਂ ਬਿਰਤੀ ਵੇਖਣੀ ਸੀ। ਸੋ ਜੇ ਤੀਰਥ ਵਾਲੇ ਵਾਸਤੇ ਕਿਹਾ ਤੇ ਮੇਰੇ ਵਾਸਤੇ ਵੀ ਕਿਹਾ ਵੀ ਭਾਈ ਤੇਰੇ ਕਰਮ ਵੀ ਤਾਂ ਪ੍ਰਵਾਨ ਨੇ ਜੇ ਭਾ ਜਾਣਗੇ। ਹੁਣ ਵੇਖ, ਪ੍ਰਿਥੀ ਚੰਦ ਦੀ ਬਿਰਤੀ ਵਾਂਗ ਤੇ ਨਹੀਂ ਕਰ ਰਿਹਾ ਕਿਤੇ ਕਿ ਮੇਰੇ ਵਰਗਾ ਤੇ ਸਿਆਣਾ ਹੀ ਕੋਈ ਨਹੀਂ ਹੈ, ਮੇਰੇ ਵਰਗਾ ਤੇ ਕੋਈ ਯੋਗ ਪ੍ਰਬੰਧ ਕਰਨ ਵਾਲਾ ਹੀ ਨਹੀਂ ਹੈ। ਇੱਕ ਦੂਜੇ ਤੇ ਉਂਝਾਂ ਦੂਸ਼ਣ। ਹੁਣ ਬਿਰਤੀ ਕੀ ਬਣ ਗਈ? ਪ੍ਰਿਥੀ ਚੰਦ ਵਾਲੀ ਚਤੁਰਾਈ। ਮੈਂ ਇੱਥੇ ਕਾਬਜ਼ ਰਵਾਂ, ਅਰਜਨ ਦੇਵ ਜੀ ਤੁਸੀਂ ਹੁਕਮ ਮੰਨੋ ਭਾਵੇਂ ਨਾ ਮੰਨੋ, ਮੈਂ ਇੱਥੇ ਰਵਾਂਗਾ ਤੇ ਮੇਰਾ ਹੀ ਅੰਮ੍ਰਿਤਸਰ ਸਾਹਿਬ ਤੇ ਕਬਜ਼ਾ ਹੋਏਗਾ। ਭਾਈ ਨਹੀਂ ਸੇਵਾ। ਜੇ ਹੱਠ ਵਾਲੇ ਦਾ ਹੱਠ ਨਹੀਂ ਪਾ ਰਿਹਾ, ਕਰਮਕਾਂਡ ਵਾਲੇ ਦਾ ਕਰਮਕਾਂਡ ਨਹੀਂ ਪਾ ਰਿਹਾ,
इत्थे गुरुद्वारे वाले बैठे हुए दा कर्म भी नहीं पा रहा। जे तिस भावा साडे कोल बेअंत उदाहरणां ने सिख इतिहास के अंदर। साध संगत जी थोड़ा जिहा इहनूं ठरमे नाल समझण दा यतन करिए। असी बहुत सुरखरू हो जाते हैं जी, 100 प्रमाण दे के तीरथ तीरथ तीरथ, नहाना नहीं नहाना नहीं, उंगल दूसरियां वाल हो रही है। भाई मंझ जी गुरु अर्जन साहब सच्चे पातशाह जी नूं मिलदे आ, आप जी नूं पता है, इतिहास सुनिया तुसीं। वो आके कहते हैं महाराज जी मैनू सिख बना लो, मैं आ गया घरों। कि जिदन आए उदन भा गए। उन्होंने भाउण वास्ते की करना पिया, उस मुकाम ते पहुंचण वास्ते जिथे धन गुरु अर्जन साहब सच्चे पातशाह जाके कहते ने मंझ प्यारा गुरु को गुर मंझ प्यारा। हुण मंझ जी भा गए ने। जिस दिन मंझ गुरु साहब वाले पासे नहीं दौड़दा, गुरु साहब जी मंझ वाले पासे दौड़ते हैं। मंझ गुरु साहब के पिछे नहीं दौड़ रहा। अज गुरु अर्जन साहब जी मंझ के पिछे भज रहे ने। अज मंझ नूं अपनी चिंता नहीं है, अज मंझ नूं गुरु घर के लंगर की चिंता है कि जे बालन गिला हो गया तो लंगर ना किते मस्त हो जाए, अपनी चिंता नहीं है। अज वो ये नहीं कह रहा कि मैनू कड्डो मैं बच जावां मैनू सुख मिल जाए। अज वो कह रहा पहला लकड़ां कड्डो, गुरु घर के लंगर का कारज चलना जरूरी है। किस दिन भाए मंझ जी जी, जिस दिन आए सी उस दिन घर कबर भी बनी हुई सी, उस दिन चौधर भी सलामत सी, उस दिन बड़ा नाम रुतबा भी सी। पर गुरु साहब जी ने कदों मोहर लाई, जिस दिन मंझ मिट गया। कर्म करदियां नूं महीने गुजर गए ने, वरे गुजर गए ने, पर कर्म लेखे किस दिन लगे। इसलिए मैं कहता कि गल सिर्फ नदियां नालियां ते कर्म कांड करने वालियां दी नहीं, गल बालन ढोण वालियां दी भी है, गल लंगर पकाउण वालियां दी भी है। मोर किस दिन लगी भाई मंझ जी के कर्म के उत्ते, जिदन मंझ प्यारा हो गया, मंझ परवान चढ़ गया। हुक्म दे विच आपा मिटा दिता, तमा मिट गई, चाहतां मिट गईयां, वासना मिट गई। हुण कर्म इस वास्ते नहीं कर रहा कि गुरु साहब जी मैनू ये मिल जाए, बल्कि जिहड़ा मिलिया होया सी एक घड़ी वो भी आई, वो भी सब कुछ खुस गया। चौधर मिली सी, संपत्ति मिली सी, मज्जां गावां सन, धन दौलत सी, शोहरत शोभा सी। ना शोहरत शोभा रही, ना मज्जां गावां रहीआं, ना चौधर रही। घर वाली किसी के घर बर्तन मांज रही है, धी किसी के घर बर्तन मांज रही है। जिस दिन भाई मंझ जी के अंदरों वासनावां चाहता तमा मिट गईयां, शर्तां मिट गईयां, कर्म परवान चढ़ गया। जे तीर्थ वाला किसी वासना च बज्झा कर्म कांड कर रहा तो सज्जना किते ये वेखी तो गुरु घर के अंदर बैठा होया भी किते अपनी सेवा नूं कर्म कांड ते नहीं बना के बह गया। माफ करियो, जदों सेवा कब्जा बन जाती है ना जी, हठ बन जाती है, इत्थों तक कब्जा हो जाता है भी जे इस नुक्कर विच तौलिया मैं फेरदा तो मैं ही फेरांगा, मेरा अधिकार है। जे पानी की बाल्टी नूं मैं हथ लाउंदा तो मैं ही लवांगा, मेरा अधिकार है। की भा जाएगा वो गुरुद्वारे बैठा होया बंदा। इत्थे ते सारा कुछ दूजे नूं सौंपना पैंदा। वीरा मेरे तो पहला तू मत्था टेक लै, मेरे तो पहला तू सेवा कर लै, तैनूं गुरु की खुशी मिल जाए। मेरे तो पहला तू कतार विच अगे लग जा, तेरा मत्था टेकिया अपने आप, तेरा दूजे का वेखो त्याग वाले का आपे ही प्रवान हो जाना है। पर जे मैं क्या नहीं पासे हटो पासे हटो, सरदार जी आ रहे हैं, वड्डी हस्ती आ रही है, की भा गया वह मत्था टेकिया। संगत नूं वक्त पा दिता, परे हटो जी, मत्था टेकण वास्ते आ रहा कोई। की वो मत्था टेकिया गुरु नूं भा जाएगा? मिटिया तो है ही नहीं। वो मत्था टेक के मिटन लई नहीं आया, वो सेव कमा के मिटन लई नहीं आया, वो तो फोटो खिचाण लई आया है। मैं कीर्तन सुनना है तो भाई साहब जी कीर्तन उदों सुनागा जो लाइव चल रहा हो।
साडे दफ्तर श्रोमणी गुरुद्वारा प्रबंधक कमेटी बंदा झगड़ पिया के साडे मुख सकत्तर साहब कोल, मैनू पिछे नहीं बहन दिंदे कीर्तन वालियां दे। दोपहर जे दा टाइम सी, सवेर दा किते बैठा बेचारा कोस रहा सी, जदों दफ्तर खुलिया वो आ गया तो वो गुरमुख प्यारियां ने कहा सेवादार सिंह नूं जाओ इन्हां दे नाल जाओ, इन्हां नूं बिठा दिओ। कहंदे हुण की फायदा, हुण ते लाइव बंद हो गया। हुण गल सिर्फ एक शख्स दी नहीं, गल ते सारे जीवन दी है गुरमुखो। की वो सुनिया भा जाएगा? घालना घाली, निज मिटिया, चाहतां मिटियां, वासनावां मिटियां, तमा मिटी। हुण मंझ जी कहंदे ने अपने वास्ते नहीं टोरिया, सिखां दा प्रशादा लंगर गुरु दा, इस वास्ते खूह च डिगे मंझ जी। ते गुरु साहब जी भाई मंझ जी वाल भज्जे, कहंदे बाहर निकलो। कहंदे नहीं पहला लकड़ां कड्डो। तीर्थ नावा जे तिस भावां, पहला अपने आप नूं पड़चोलीए की जिन्ने कर्म असीं कीते ने भा जाणगे। मैं तो एक एक कर्म नूं जनाउण दा यतन कर रहा। मैं सेवा इन्नी कीती है, मैं इन्ने पैसे दिते हन, मैं इन्ने घंटे लाए हन, मैं 20 साल तो आ रहा, तू कल आके गल्लां करन लग पिया, की पा जावांगे जी? 20 साल आके भी नहीं मिटिया। 20 साल तो झुकदा आ रहा, अजे भी नहीं झुकिया। तीर्थ वाला तो नहीं पाया ते गुरुद्वारे वाला पा गया। काया कूड़ विगाड़ काहे नहाइए, नहाता सो प्रवान सच कमाईए। हुण फिर नहाउण दी गल नहीं कल्ली, मतलब कर्म ओ प्रवान जिदन कर्म विच सच कमाउण लग पए। जे भंडना ही होएगा ना तो मेरे लिए बड़ा सौखा है, मैं सारी दुनिया के नदियां नाले तलाब सरोवर सब कुछ भंड देंगा। क्रिटिसाइज ही करना होएगा तो मेरे लिए बहुत सौखा है, पर जे अपने आप नूं पड़चोलना है तो फिर मैनूं पुछना पेगा, चल ठीक है तू नहीं नहाउण गया, तेरे कर्म बाकी प्रवान हो गए। फिर सिर झुक जाएगा, फिर अखां नीवियां हो जाणगियां। हुण इत्थे बोलन का मतलब, सुनन का मतलब, बाणी विचार का मतलब अपने आप को पड़चोलना है। तो महाराज साडे ते दया कर रहे हैं, बख्शिश कर रहे सतगुरु जी। कहंदे उस दिन तेरा कर्म प्रवान होना है जे तिस भाव है। तीर्थ नावा जे तिस भावा, विण भाणे के नाए करी। की नाता, की तेरा कर्म, केड़े लिखे तेरा कर्म पई जे उन्होंने भाया ही नहीं। पिरथी चंद की सेवा नहीं पाई, राम राय का ज्ञान नहीं पाया, धीरमल की शोहरत नहीं पाई। किन्ना ज्ञान सी राम राय नूं जी, किन्नियां सिद्धियां शक्तियां सी राम राय कोल, पर पाइयां नहीं, प्रवान नहीं चढ़ियां, मोहर नहीं लगी। साध संगत जी एडा ज्ञानी, विण भाणे के नाए करी। गिणतियां करन वालिया, हट करन वालिया, दिखावा करन वालिया, जे उन्होंने नहीं पाया प्रवान नहीं। हाँ घालना घाल, पहले दिन मंझ जी नहीं सी पाए, घालना घाल के पा गए सी, अभ्यास कर करके पा गए सी। मिट मिट के मैल उतरदी फिर वो पा गए सी। कर्मकांड भी छुट गए सी, ज्ञान का दीवा भी जग गया सी, नाम का रस भी आ गया सी, सेवा भी सफल हो गई सी। फिर गुरु सिख के पिछे गया सी। महाराज सानू समत दिओ, असी शरीर नूं सोधन वास्ते बहुत कुछ कर रहे हैं, साडा मन भी सोधिया जावे। तो तीर्थ नावा जे तिस भावा, तिस का मतलब मेरे वाहिगुरु जी नूं, विण भाणे के नहाए करी, जेती सिरठ उपाई वेखां, विण कर्मा के मिलै लई। कर्म
जिथे ते संस्कृत का शब्द है उत्थे है किरिया, जिथे कर्म फारसी का शब्द है उत्थे है बख्शिश। कर्म खुदाया, खुदा दी रहमत। सृष्टि बथेरी उपाई हुई है, इक्को जे रंग नस्ल चेहरे, पंजे तत्त सारियां च इक्को जे है जी। नैन नक्श सारियां दे इक्को जे है, उदां दा नक है, अखां ने इक्को जिहा सारियां दा शरीर बनाया। पंज तत्त लाउण च फर्क नहीं कीता। जेती सिरठ उपाई वेखां विण कर्मा के मिलै लई। बनाया सारियां नूं इक्को जिहा, पर जिद्दन ओदी बख्शिश दे अधीन ओदे कर्म विच साडे कर्म मिलदे ने ना जी, वो साडे कर्म ओदी बख्शिश दे विच ढल गए, वाहिगुरू जी दे कर्म विच साडे कर्म मिल गए, ते फिर बनाए भावें इक्को जिहे ने, पर कर्मी आपो अपनी के नेड़े के दूर। सृष्टि ते सारी इक्को जी साजी है, ਉਹਦੇ ਵਿੱਚ कोई फर्क नहीं रखिया। जेती सिरठ उपाई वेखां विण कर्मा के मिलै लई। मत विच रतन जवाहर माणक, मत विच मैं तो वेखी नहीं। मत नूं वेख्या ते मत विचों की नज़र आया? मैल। मत विचों की नज़र आया? द्वैख। मत हर वेले की सोच रही है? किसी का बुरा। मत विच ईरखा, मत विच घिरना, जां फिर मत विच की है? कोशिश कर रहा भी होर धन किवें पावां, होर अमीर किवें होवां, अगे 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 इधर नूं मत लैके जा रही है। गुरु साहब कहते मत विच रतन, रतन भी हो सकते हैं मत च जी। मत विच रतन जवाहर माणक, ये बड़ी वड्डी बुझारत है साध संगत जी। धरती विच की है? धरती च कोला भी है, धरती विचों हीरे भी निकलते हैं। जदों असीं जैसे पर्बत विख्या मानक पारस सुध, खोज कै खनवारा जग विख्या प्रगटावी, भाई साहब भाई गुरदास जी कहते हैं। धरती की हिक दे अंदर बड़ा कुछ टिकिया होया है। मिट्टी है, वैसे कहांगे खे उड़ रही है, मिट्टी उड़ रही है, पर बड़ा कुछ अंदर खोजते सही। बाहरी तौर पर मत अंदर सानू की नज़र आ रहा है, पर जे एक गुर की सिख सुनी, जिस दिन इस मत विच गुरु की मत आ गई, तो उस दिन मत विचों की लभेगा? मत विच रतन जवाहर माणक। जे एक गुर की सिख सुनी। गुरु की सिक्ख्या की है? गुरु का शब्द। ते गुरु के शब्द नूं की कहा गया जी? गुर का शब्द रतन है, हीरे जित जड़ाओ। जिदन ये रतन हीरे जवाहरात तेरी मत नाल मेल खा गए, अंदर टिक गए, तो जो कुछ ये अंदर है ना, वो कुछ तेरे अंदर आ जाएगा। कमाल होगी गुरमुखो। गुरु की सिक्ख्या विच अमोलक पदार्थ, सत संतोख दया खिमा धीरज, किन्ने कमाल दे आत्मक आनंद ने गुरु की सिक्ख्या विच, गुरु के शब्द के अंदर। गुरु के शब्द विच हुलास है, विगास है, खेड़ा है, गुलजार है। गुरु के शब्द विच झोरा नहीं, चिंता नहीं, कृजना नहीं, धोखा नहीं, ईरखा नहीं। ये सारा कुछ तेरे अंदर आ जाएगा। तेरे अंदर हुलास खेड़ा विगास आएगा, ईरखा घृणा नफरत मुक जाएगी, जे एक गुर की सिख सुनी। मिट्टी है ना जी, धरती है। धरती विच बीज पा दिता। कणक बीजन वालियां ने बीज पाया, हुण कणक वड्डी गई। 10-20 किलो बीज पाया, 50 किलो बीज पाया, तो जिमीदार नूं पुछो भी किन्नी कणक लैके आया? कहंदा जी 18-20-30 क्विंटल हो गई। जिथे 18-20 किलो बीज पाया सी, वो कहंदा जी 10-15-18 जिन्ने जिन्ने समय का झाड़ हुंदा, बड़ी बरकत पई है जी। की पाया सी मिट्टी च? बीज। ते मिट्टी विचों की निकलिया? फल। ये मिट्टी च बरकत भी सी। मैं तो मिट्टी नूं खे ही समझ रहा सी, मैल ही समझ रहा सी। मैं तो मिट्टी पिंडे नाल नहीं लगन दिंदा, कपड़ियां नाल नहीं लगन दिंदा भी मिट्टी विच मैल है। पर जिस किसान ने मिट्टी च मिट्टी होके बीज पाया, वो कहता नहीं मिट्टी विच बरकतां हन।
ਹੁਣ ਇੰਨਾ ਕੀ ਫਰਕ ਹੈ। ਮੈਂ ਮੱਤ ਨੂੰ ਨਿਰੀ ਮੈਲ ਸਮਝ ਰਿਹਾ ਸੀ, ਪਰ ਜਿਸ ਮੱਤ ਵਿੱਚ ਗੁਰ ਕੀ ਸਿੱਖ ਆ ਕੇ ਪੈ ਗਈ, ਉੱਥੇ ਬਰਕਤਾਂ ਜੋ ਬੀਜ ਵਿੱਚ ਸੀ ਉਹ ਮਿੱਟੀ ਚੋਂ ਪੈਦਾ ਹੋ ਗਿਆ, ਜੋ ਸਿੱਖਿਆ ਵਿੱਚ ਹੈ ਉਹ ਤੇਰੀ ਸੋਚ ਵਿੱਚੋਂ ਪੈਦਾ ਹੋ ਜਾਏਗਾ। ਬਹੁਤ ਪਿਆਰਾ ਹੈ ਜਪਜੀ ਸਾਹਿਬ। ਜਪਜੀ ਸਾਹਿਬ ਨੂੰ ਸਿਰਫ ਪੜ੍ਹਨਾ ਨਹੀਂ ਹੈ, ਜਪਜੀ ਸਾਹਿਬ ਨੂੰ ਰਿੜਕਣਾ ਹੈ, ਤੇ ਜਿਉਂ-ਜਿਉਂ ਰਿੜਕਾਂਗੇ ਮੱਖਣ ਨਿਕਲੇਗਾ। ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਮੈਂ ਫਿਰ ਬੇਨਤੀ ਕਰਾਂ, ਇਸ ਪੰਕਤੀ ਨੂੰ ਬਹੁਤ ਬਰੀਕੀ ਨਾਲ ਸਮਝਣ ਦਾ ਯਤਨ ਕਰਿਓ, ਜਿੰਨੀ ਕੁ ਸਮਝ ਗੁਰੂ ਸਾਹਿਬ ਦੇ ਰਹੇ ਨੇ। ਅਗਲੀ ਵਾਰੀ ਹੋਰ ਵਿਚਾਰੋਗੇ, ਹੋਰ ਗਹਿਰੇ ਜਾਓਗੇ ਤੁਸੀਂ। ਉਦਾਹਰਨ ਬੜੀ ਖੂਬਸੂਰਤ ਗੁਰੂ ਸਾਹਿਬ ਸੋਝੀ ਚ ਪਾ ਰਹੇ ਆ ਵੀ ਵੇਖਣ ਵਾਸਤੇ ਮਿੱਟੀ ਐ, ਤੇ ਇੱਕ ਸੂਟਡ ਬੂਟਡ ਬੰਦਾ ਕਹਿੰਦਾ ਮੈਂ ਮਿੱਟੀ ਨੂੰ ਹੱਥ ਨਹੀਂ ਲਾਉਣਾ। ਕਿਸਾਨ ਮਿੱਟੀ 'ਚ ਮਿੱਟੀ ਹੋਇਆ, ਅਸੀਂ ਕਹਾਂਗੇ ਇਹਦੇ ਕੱਪੜੇ ਮੈਲੇ ਨੇ, ਇਹ ਮਿੱਟੀ 'ਚ ਲਿਬੜਿਆ ਹੋਇਆ, ਪਰ ਜਿਸ ਤਰ੍ਹਾਂ ਦਾ ਉਹਨੇ ਬਾਹਰੋਂ ਬੀਜ ਪਾਇਆ, ਤੁਸੀਂ ਮਿੱਟੀ ਦੇ ਵਿੱਚ ਇੱਕ ਅੰਬ ਖਾ ਕੇ ਨਾ, ਇੱਕ ਗੁਠਲੀ, ਛੋਟੇ ਹੁੰਦੇ ਆਪਾਂ ਗੁਠਲੀ ਦੱਬ ਦਿੰਦੇ ਹੁੰਦੇ ਸੀ, ਅੰਬ ਦੀ ਗਿਟਕ ਦੱਬ ਦਿੰਦੇ ਸੀ, ਬੂਟਾ ਬਣਿਆ ਤੇ ਸੈਂਕੜੇ ਹਜ਼ਾਰਾਂ ਲੱਖਾਂ ਅੰਬ ਉਸ ਬੂਟੇ ਨੂੰ ਪੈਣ ਲੱਗ ਪਏ। ਕਾਰਨ ਕੀ? ਜਿੱਦਾਂ ਦਾ ਬੋਇਆ ਉਵੇਂ ਦੀਆਂ ਬਰਕਤਾਂ ਪੈ ਗਈਆਂ। ਤੇਰੀ ਮੱਤ ਨੂੰ ਫਲ ਪੈ ਸਕਦਾ ਹੈ ਉਹੀ ਰਤਨ ਜਵਾਹਰ ਮਾਨਕ ਵਾਲਾ, ਜਿਹੜੇ ਰਤਨ ਗੁਰ ਕੇ ਸ਼ਬਦ ਵਿੱਚ ਨੇ। ਗੁਰ ਕਾ ਸ਼ਬਦ ਰਤਨ ਹੈ। ਇਹ ਹੁਣ ਤੇਰੇ ਹੱਥ 'ਚ ਹੈ ਵੀ ਇਹਨੂੰ ਮਿੱਟੀ ਰੱਖਣਾ ਕਿ ਕਿਸਾਨ ਬਣ ਕੇ ਚ ਪਾਉਣਾ ਬੀਜ। ਸਾਰੇ ਕਿਸਾਨ ਅਸੀਂ। ਗੁਰੂ ਸਾਨੂੰ ਦੇ ਰਿਹਾ ਹੈ ਨਾਮ ਬੀਜ, ਅਸੀਂ ਸਾਰੇ ਕਿਸਾਨ ਹਾਂ। ਬੀਜੀਏ ਸਾਧ ਸੰਗਤ ਜੀ, ਤੇ ਮੱਤ ਵਿੱਚੋਂ ਨਿਕਲੇਗਾ ਫਲ। ਬੜੇ ਰਤਨ ਲੱਗਣਗੇ। ਇੱਕ ਸ਼ਬਦ ਬੀਜ, ਕਿਣਕਾ ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ। ਕਿੰਨੇ ਅਮੀਰ ਨੇ ਜੀ, ਆਤਮਿਕ ਮਾਰਗ ਤੇ ਤੁਰਨ ਵਾਲੇ ਬਹੁਤ ਵੱਡੇ ਸ਼ਾਹ ਨੇ। ਤਾਈਓ ਤੇ ਕਿਹਾ, ਜਿਸਨੂੰ ਬਖਸ਼ੈ ਸਿਫਤ ਸਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਉਹਦੇ ਵਰਗਾ ਧਨੀ ਦੁਨੀਆ ਤੇ ਕੌਣ ਹੋ ਸਕਦਾ ਜੀ? ਕੀ ਕੀਤਾ ਗੁਰੂ ਨਾਨਕ ਸਾਹਿਬ ਨੇ ਜਾ ਕੇ? ਜਿੱਦਣ ਬਾਬਾ ਲਹਿਣਾ ਜੀ ਮਿਲਦੇ ਆ, ਮਹਾਰਾਜ ਜੀ ਦੂਜੀ ਸਵੇਰ ਜਿਹੜੀ ਅਗਲੇ ਦਿਨ ਦੀ ਪ੍ਰਭਾਤ ਹੋਈ, ਮਹਾਰਾਜ ਨਾਲ ਲੈ ਗਏ। ਤੇ ਤੁਸੀਂ ਇਸ ਇਤਿਹਾਸ ਤੋਂ ਵਾਕਿਫ ਹੋ, ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਵੀ ਆਹ ਜਿਹੜਾ ਬੀਜ ਹੈ ਇਹਨੂੰ ਬਚਾਉਣਾ ਹੈ, ਤੇ ਆਹ ਜਿਹੜਾ ਕੱਖ ਹੈ ਵਿੱਚ ਪਿਆ ਹੋਇਆ, ਨਦੀਨ ਪਿਆ ਹੋਇਆ, ਗੰਦ ਪਿਆ ਹੋਇਆ, ਇਹਨੂੰ ਪੁੱਟ ਕੇ ਬਾਹਰ ਸੁੱਟਣਾ। ਆਹੀ ਕੁਝ ਕੀਤਾ ਮਹਾਰਾਜ ਨੇ ਪ੍ਰੈਕਟੀਕਲ। ਜਿੱਦਣ ਸੱਜਣ ਕੋਲ ਗਏ, ਨਦੀਨ ਪੁੱਟ ਕੇ ਬਾਹਰ ਸੁੱਟਿਆ ਤੇ ਬੀਜ ਚੰਗਾ ਪਾ ਦਿੱਤਾ। ਜਿਹੜਾ ਸੱਜਣ ਦੀ ਮੱਤ ਵਿੱਚ ਧੋਖਾ ਸੀ, ਠੱਗੀ ਸੀ, ਛਲ ਸੀ, ਫਰੇਬ ਸੀ, ਉਸ ਸੱਜਣ ਦੀ ਮੱਤ ਵਿੱਚ ਕੀਰਤਨ ਵੜ ਗਿਆ। ਉਹ ਸੱਜਣ ਉਜਲਾ ਹੋ ਗਿਆ, ਬਿਨਾਂ ਨਦੀ ਤੇ ਨਹਾਤਿਆਂ ਹੀ ਉਜਲਾ ਹੋ ਗਿਆ। ਕਾਦੇ ਨਾਲ ਜੀ? ਮਾਗ ਮੱਜਨ ਸੰਗ ਸਾਧੂਆਂ, ਤੀਰਥ ਨਾਤਾ ਗਿਆ ਜੀ, ਗੁਰੂ ਦਾ ਸੰਗ ਹੋਇਆ। ਸਤਿਗੁਰ ਤੀਰਥ ਛੱਡ ਕੇ 68 ਤੀਰਥ ਨਹਾਵਣ ਜਾਈ। ਗੁਰ ਕੀ ਮੱਤ ਤੀਰਥ ਹੈ। ਸੰਗਤ ਮੀਤ ਮਿਲਾਪ ਪੂਰਾ ਨਹਾਵਣੋ, ਅਧੂਰਾ ਇਸ਼ਨਾਨ ਨਾ ਕਰ, ਪੂਰਾ ਨਹਾ। ਮਾਗ ਪੁਨੀਤ ਭਈ ਤੀਰਥ ਅੰਤਰ ਜਾਣਿਆ। ਇੱਥੇ ਟਿਕਣ ਦਾ ਯਤਨ ਕਰ। ਤੇ ਸਿਰਫ ਨਹਾਉਣ ਦੀ ਗੱਲ ਨਹੀਂ, ਤੀਰਥ ਮਤਲਬ ਹਰ ਕਰਮ ਕਿਤੇ ਅੰਤਰ ਆਤਮਾ ਚੋਂ ਕਰਨ ਦਾ ਯਤਨ ਕਰ। ਬਾਣੀ ਅੰਤਰ ਆਤਮਾ ਚੋਂ ਪੜ੍ਹਨ ਦਾ ਯਤਨ ਕਰ। ਮਾਲਾ ਨੂੰ ਗਿਣ ਗਿਣ ਕੇ ਲੇਖੇ ਨਾ ਕਰ, ਕਿਤੇ ਇੱਕ ਸ਼ਬਦ ਅੰਦਰ ਵਸ ਜਾਏ ਤੇਰੇ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਮਾ। ਮੱਤ ਵਿੱਚ ਰਤਨ ਜਵਾਹਰ ਮਾਨਕ, ਇਹ ਘਟ ਤੀਰਥ ਹੈ। ਮਾਗ ਪੁਨੀਤ ਭਈ ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ। ਗੁਣ ਗਹਿ ਆਹੀ ਦੇ ਬੀਜ ਹੈ, ਗੁਣਾਂ ਨੂੰ ਗ੍ਰਹਿਣ ਕਰਨਾ। ਗੁਰੂ ਦੀ ਮੱਤ ਵਿੱਚ ਕੀ ਹੈ? ਗੁਣ। ਚੋਰਾਂ ਦੀਆਂ ਚੋਰੀਆਂ ਛੁੱਟੀਆਂ, ਠੱਗਾਂ ਦੀਆਂ ਠੱਗੀਆਂ ਛੁੱਟੀਆਂ। ਮੱਤ ਵਿੱਚ ਰਤਨ ਜਵਾਹਰ ਮਾਨਕ। ਪ੍ਰੀਤਮ ਗੁਣ ਅੰਕੇ, ਸੁਣ ਪ੍ਰਭ ਬੰਕੇ, ਤੁਧ ਭਾਵੈ ਸਰ ਨਾਵੈ, ਗੰਗ ਜਮਨ ਤਹਿ ਬੇਣੀ ਸੰਗਮ, ਸਾਤ ਸਮੁੰਦ ਸਮਾਵੈ। ਇੱਥੇ ਹੀ ਸੱਤੇ ਸਮੁੰਦਰ ਨੇ, ਇੱਥੇ ਹੀ ਤਰਬੇਣੀ ਹੈ ਮੇਰੀ ਤੇ।
मैनू किते प्रयाग ते जाण दी लोड़ नहीं, मैनू किते कोई विशेष दिन, विशेष धरती, विशेष थां भी इत्थे नहावांगे मुक्त हो जाएंगे, नहीं भाई। मेरे वास्ते ते 10 पुरब सदा दशहरा, हौ नाम हर का सदा जाचो, सदा सदा ही मेरे वास्ते दशहरा, गंगा का जन्म वाला दिन 10 पुरब। अज चौदिया है, अज मस्या है, अज संग्रांद है, अज पंचमी है, 10 पुरब सदा दशहरा। तीर्थ नहावन जाओ, तीर्थ नाम है, मत विच रतन जवाहर माणक। वो दिन भा गया जी, धरती ते सी, पर उस धरती के अंदर मैल नज़र आ रही सी। जिदन सज्जन की सरां च गए महाराज तुलंबे, ते उत्थे की टिका दिता, रतन जवेहर माणक जे एक गुर की सिख सुनी। इदां चोरां तो संत बनते साध संगत, इदां पापियां तो धर्मी बनते। अपने आप नूं पुछां भी सुनाउण वालिया, सुनन वालिया, सिक्ख्या किन्नी क है? बड़े सारे स्रोते ऐसे है जिन्हों ने इन्नी कथा सुनी है, जां मैं इन्नी कथा की है कि कथा करदियां मैनूं पता लग जाता भी हुण ये बंदा अगे की बोलेगा, है ना। मैं आप कथा करदा, सुनने वाला कहता मैनूं पता इन्हें की बोलना, मैं इन्ना सुनिया होया, याद हो गया होया, अगला चैप्टर भी याद है, अगला प्रमाण भी याद है, बड़ा कुछ चेते च पिया, पर मत विच पिया, इत्थे ते पिया होया, यादाश्त विच ते पिया होया, पर मत विच रतन जवाहर माणक पहुंचिया जी। हुण माफी मंगदा, खतरनाक हो गया काम। जिन्ना चेता तेज होया, यादाश्त तेज हुई। मैं ये नहीं कहता भी याद भुल जाए, चेता जरूरी है, चेता संबंध जोड़ता है, पर कई बारी मैनू पता है इस हंकार ने मार लिया। मत विच जाण दा मतलब है अमलों विच पहुंचना। असीं कहते ना वो बंदा बोलता जिस तरह की उसकी मत है, वो करता जिवें दी उसकी मत है। आपो अपनी मत अनुसार लोग कर रहे हैं जी, ते अपनी अपनी मत अनुसार क्यों करिए। जे एक गुर की सिख सुनी, जिदन असीं सिख अखवाउण वाले एक गुर की सिख सुनन लग पे ना, उदन अपनी अपनी मत नहीं रहेगी, उदन तकरार नहीं रहेगा, उदन विचार आ जाएगी। वाहिगुरू करे असीं गुर की सिख सुननी शुरू कर दीए। मत विच रतन जवाहर माणक जे एक गुर की सिख सुनी, गुरा एक देह बुझाई। आ बड़ा कमाल, एक एक बचन तो वारने जान नूं जी करेगा बाबा। अत आनंद भरे, अत आनंद भरे एक एक बचन च। जाचक बन गए, मंगते बन गए, मत देण वालिया। मेरे कोल मत भी कित्थे है। जे मंझ नूं दित्ती कर्मकांड छुट गए, कबरां पूजनियां छुट गईयां। जे भूमिए नूं दित्ती पाप की कमाई छुट गई। जे सज्जन नूं दित्ती ठगियां छुट गईयां। जे कौडे नूं दित्ती मलेश बुद्धि छुट गई। सच्चे पातशाह मैनू भी दे, मैनू भी बुझा, मैनू भी अकल दे, मत दे। सा मत देहो दयाल प्रभ जित तुम्हें अराधा। सा मत आही ते मंगण आए हैं। झोली अड के मन करके सुरत जोड़ के कहिए, जे मत विच रतन जवाहर माणक आ जाते है, जे अमीरी आ जाती है, जे अमोलक गुण आ जाते हैं, तेरी सिक्ख्या सुनिया पातशाह ते मैं रजोई करदा, मैनू बुद्ध दिओ। मैनू बुद्ध नहीं है महाराज। दीजै बुद्ध बबेका, दीजै बुद्ध बबेका, दीजै हार परयो स्वामी कै द्वार, हार परयो स्वामी कै द्वार। हुण कंडीशन ये है साध संगत, हारिया तो है ही नहीं। मैं तो गुरु नाल भी बहस करनी है, बंदियां नाल भी बहस करनी है, इत्थे हर एक मनुख नाल, सेवादार नाल भी बहस करनी है, ग्रंथी साहब नाल भी बहस करनी है, तो गुरु नाल भी। हारिया तो है ही नहीं। मैं ये नहीं कहता भी भाई असीं अपनी विचार नूं जां मत नूं
ਗੁਰਮਤ ਨੂੰ ਛੱਡ ਦਈਏ। ਠੀਕ ਹੈ, ਜਿੱਥੇ ਮਨਮਤ ਹੋ ਰਹੀ ਹੈ ਉੱਥੇ ਅਸੀਂ ਗੱਲ ਕਰਦੇ ਹਾਂ ਵੀ ਭਾਈ ਤੁਸੀਂ ਗਲਤ ਕਰ ਰਹੇ ਹੋ, ਪਰ ਉਹ ਜਿਹੜੀ ਅੰਦਰ ਦੀ ਬਿਰਤੀ ਹੈ ਨਾ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਹਾਰ ਪਰਿਓ, ਉਹ ਨਹੀਂ ਮਿਟ ਰਹੀ ਨਾ ਜੀ, ਕਿਉਂਕਿ ਹੰਕਾਰ ਹਾਰਨ ਨਹੀਂ ਦਿੰਦਾ ਤੇ ਵਿਵੇਕ ਬੁੱਧੀ ਉਨੀ ਦੇਰ ਆਉਂਦੀ ਨਹੀਂ। ਹੁਣ ਜਿਨ੍ਹਾਂ ਨੇ ਮੰਨ ਲਿਆ ਵੀ ਮਹਾਰਾਜ ਜੀ ਮੇਰੀ ਬੁੱਧੀ ਖਰਾਬ ਹੈ, ਉਹ ਤੇ ਡਿੱਗ ਪਏ ਤੇ ਉਹਨਾਂ ਨੇ ਕਿਹਾ ਵੀ ਮੱਤ ਦਿਓ, ਜਿਤ ਤੁਮੇ ਅਰਾਦਾ। ਤੇ ਤੁਸੀਂ ਰੋਜ਼ ਬਾਣੀ ਦਾ ਸ਼ਬਦ ਸੁਣਨ ਤੋਂ ਪਹਿਲਾਂ ਇਹ ਸੁਣਦੇ ਹੋ ਬਚਨ ਗੁਰਮੁਖ ਪਿਆਰੇ, ਰੋਜ਼ ਸੁਣਾਉਂਦੇ ਸਾਨੂੰ ਸਿੰਘ ਸਾਹਿਬ, ਸਤਿਗੁਰ ਕੀ ਜਿਸ ਨੂੰ ਮੱਤ ਆਵੇ, ਇਹ ਬਚਨ ਹਰ ਰੋਜ਼ ਰਿਪੀਟ ਹੁੰਦਾ। ਜਦੋਂ ਗੁਰ ਕੀ ਸਿੱਖ ਸੁਣਦਾ, ਜਦੋਂ ਗੁਰੂ ਕੀ ਮੱਤ ਲੈਂਦਾ, ਜਦੋਂ ਹਾਰ ਕੇ ਡਿੱਗਦਾ ਤੇ ਮੱਤ ਲੈ ਕੇ ਕਿਸ ਮੁਕਾਮ ਤੇ ਪਹੁੰਚਦਾ, ਸੋ ਸਤਿਗੁਰ ਮਾਹੇ ਸਮਾਨਾ। ਦਿਓ ਮਹਾਰਾਜ ਸਾਨੂੰ ਮੱਤ ਦਿਓ। ਗੁਰਾ ਇੱਕ ਦੇਹ ਬੁਝੇ, ਮਹਾਰਾਜ ਜੀ ਜਾਚਕ ਬਣਿਆ। ਹੁਣ ਇਹ ਗੱਲ ਕਹਿਣੀ ਮੁਖਾਤਬ ਕਿ ਹੇ ਸਤਿਗੁਰੂ ਮੈਨੂੰ ਬੁਝਾਰਤ ਨਹੀਂ ਬੁੱਝਣੀ ਆ ਰਹੀ, मैं डौर पौर होया, कहाँ बुझारत बुझा डौरा, निष्कहिया तो समझा पोरा। मैं रात ਨੂੰ दिन समझी जाता, दिन ਨੂੰ रात, मैनू समझ नहीं आ रही, मैं भेद कित्थों बुझ लवांगा महाराज। क्या पिंगल पर्वत पर भवन नहीं हो तू आस गमन, मैनू कख नहीं आ रहा महाराज, कहाँ बुझारत बुझा डौर। ਤੇ ਗੁਰੂ ਸਾਹਿਬ ਜੀ ਕਹਿੰਦੇ ਚਿੰਤਾ ਨਾ ਕਰ, ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਅੰਦਲੇ ਤਰ ਭਵਨ ਸੂਝਿਆ ਗੁਰ ਭੇਟ ਪਨੀਤਾ। ਅੰਨਿਆਂ ਨੂੰ ਵੀ ਸੋਝੀ ਆ ਜਾਂਦੀ ਹੈ, ਚਿੰਤਾ ਨਾ ਕਰ, ਆ ਗੁਰੂ ਦੇ ਸਨਮੁਖ ਆ ਤੇ ਕਹਿ ਗੁਰਾ ਇੱਕ ਦੇਹ ਬੁਝਾਈ। ਤਿੰਨ ਇਹਦੇ ਚ ਨਾ ਭੇਦ ਛੁਪੇ ਹੋਇਆ ਇਸ ਪੰਕਤੀ ਚ, ਗੁਰਾ ਇੱਕ ਦੇਹ ਬੁਝਾਈ। ਪਹਿਲੀ ਗੱਲ ਤੇ ਅਸੀਂ ਮੰਗਤੇ ਹਾਂ, ਦੂਜੀ ਗੱਲ ਅਸੀਂ ਕਿਹਦੇ ਮੰਗਤੇ ਹਾਂ, ਗੁਰੂ ਦੇ ਮੰਗਤੇ ਹਾਂ। ਤੀਜੀ ਗੱਲ ਅਸੀਂ ਕੀ ਮੰਗ ਰਹੇ ਹਾਂ, ਸੋਝੀ ਮੰਗ ਰਹੇ ਹਾਂ। ਇਹ ਤਿੰਨ ਗੱਲਾਂ ਨੇ ਜੀ ਇਸ ਪੰਕਤੀ 'ਚ। ਗੁਰਾ ਇੱਕ ਦੇਹ ਬੁਝਾਈ, ਪਹਿਲੀ ਗੱਲ ਤੇ ਅਸੀਂ ਗੁਰੂ ਦੇ ਅਸੀਂ ਮੰਗਤੇ ਹਾਂ। ਮੰਗਤੇ ਕਿਹਦੇ ਆ, ਗੁਰੂ ਦੇ ਮੰਗਤੇ ਹਾਂ। ਤੇ ਮੰਗਣਾ ਕੀ ਹੈ, ਇੱਕ ਦੀ ਸੋਝੀ। ਆ ਸਾਨੂੰ ਸਮਝ ਆਏ, ਜਿਵੇਂ ਭਾਈ ਮੰਝ ਨੂੰ ਸਮਝ ਆਈ ਤੇ ਉਹ ਭਾ ਗਿਆ, ਉਹਦਾ ਕਰਮ ਭਾ ਗਿਆ ਪਾਤਸ਼ਾਹ। ਅਸੀਂ ਮੰਗਣ ਜਾ ਰਹੇ ਹਾਂ ਪਰ ਦਰ ਦਰ ਦੇ ਉੱਤੇ ਠੋਕਰਾਂ ਖਾ ਰਹੇ ਹਾਂ। ਭਰਮ ਪੈਦਾ ਹੋਇਆ, ਅਕਲ ਮੰਗਣ ਕਿਤੋਂ ਜਾ ਰਹੇ ਹਾਂ, ਪੈਸਾ ਮੰਗਣ ਕਿਤੋਂ ਜਾ ਰਹੇ ਹਾਂ, ਕਾਰੋਬਾਰ ਮੰਗਣ ਕਿਤੋਂ ਜਾ ਰਹੇ ਹਾਂ। ਮਹਾਰਾਜ ਜੀ ਜਿੱਦਣ ਮੱਤ ਤੂੰ ਦੇਵੇਂਗਾ ਨਾ, ਉਦਣ ਸਭ ਕੁਝ, ਮੱਤ ਦਾ ਰਾਖਾ ਜਿੱਦਣ ਤੂੰ ਹੋਏਗਾ, ਉਦਣ ਸੱਚੇ ਪਾਤਸ਼ਾਹ ਜੀ ਆਪੇ ਪੱਤ ਵੀ ਬਚ ਜਾਏਗੀ, ਉਦਣ ਸਾਰੀਆਂ ਬਰਕਤਾਂ ਆਪੇ ਵਰਤ ਜਾਣਗੀਆਂ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ ਤੇ ਮੱਤ ਦਾ ਰਾਖਾ ਆਪ ਵਾਹਿਗੁਰੂ। ਬਚਨ ਨੇ ਸਾਡੀ ਮਰਿਆਦਾ ਤੇ। ਗੁਰਾ ਇੱਕ ਦੇਹ ਬੁਝਾਈ, ਕਾਦੇ ਵਾਸਤੇ ਆਏ ਆ ਗੁਰੂ ਕੋਲ ਭਲਾ, ਗੁਰੂ ਦੁਆਰਾ ਹੋਏ ਸੋਝੀ ਪਾਏ। ਸਾਨੂੰ ਬੁੱਝਣਾ ਨਹੀਂ ਆ ਰਿਹਾ, ਸਾਨੂੰ ਬੁਝਾ ਦਿਓ ਪਾਤਸ਼ਾਹ। ਤੇ ਫਿਰ ਗੁਰੂ ਕੀ ਕਰਦਾ ਜੀ, ਕੀ ਕੀਤਾ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ, ਖਲ ਮੂਰਖ ਤੇ ਪੰਜੋਖੜਾ ਸਾਹਿਬ ਕੀ ਵਰਤਿਆ ਤੇ ਅੱਜ ਵੀ ਵਰਤ ਰਿਹਾ। ਇਹ ਮੈਂ ਇਸ ਲਈ ਨਹੀਂ ਕਹਿ ਰਿਹਾ ਵੀ ਮੇਰਾ ਗੁਰੂ ਕਰਾਮਾਤੀ ਹੈ, ਸੁੱਤੇ ਸਿੱਧ, ਇਹ ਕੋਈ ਬਹੁਤ ਵੱਡੀ ਗੱਲ ਵੀ ਨਹੀਂ ਹੈ ਵੀ ਮੈਂ ਬਹੁਤ ਹੁੱਬ ਕੇ ਦੱਸਾਂ ਉੱਥੇ ਇੰਨੇ ਗੂੰਗੇ ਬੋਲ ਪਏ। ਇਹ ਬਹੁਤ ਛੋਟੀ ਗੱਲ ਹੈ ਗੁਰੂ ਵਾਸਤੇ, ਬਹੁਤ ਛੋਟੀ ਗੱਲ ਹੈ ਗੁਰੂ ਕੋ। ਬਹੁਤ ਕੁਝ ਇਹਦੇ ਤੋਂ ਵੱਡਾ ਵਰਤ ਰਿਹਾ। ਸੱਚੇ ਪਾਤਸ਼ਾਹ ਹਜ਼ੂਰ ਉਹ ਜਿਹੜੀ ਵਡਿਆਈਆਂ ਦਿਆ ਮਾਲਕਾ, ਮੇਰੇ ਵੀ ਸਿਰ ਤੇ ਛੱਜੂ ਵਾਂਗ ਹੱਥ ਰੱਖ, ਮੈਨੂੰ ਕੱਖ ਨਹੀਂ ਆਉਂਦਾ, ਤੂੰ ਬੁਝਾ ਦੇ। ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਦਾਰੀ। ਜਿਹਨੂੰ ਕੁਛ ਨਹੀਂ ਨਾ ਸੋਝਦਾ ਉਹਨੂੰ ਵੀ ਸੋਝੀ ਦਿੰਦਾ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਇੱਕ ਦਾਤਾ, ਇੱਕ ਦਾਤਾ। ਸਾਰਿਆਂ ਵਾਸਤੇ ਇਹ ਗੱਲ ਨੂੰ ਸਮਝ ਲਿਓ ਚੰਗੀ ਤਰ੍ਹਾਂ ਗੁਰਮੁਖੋ। ਠੀਕ ਹੈ, ਕਿਸੇ ਦੀ ਆਸਥਾ 33 ਕਰੋੜ ਤੇ ਹੋਏਗੀ, ਕਿਸੇ ਦੀ ਆਸਥਾ 3 ਸ਼ਕਤੀਆਂ ਤੇ ਹੋਏਗੀ, ਉਹ ਕਿਸੇ ਕਿਸੇ ਦੀ ਹੋ ਸਕਦੀ ਹੈ। ਅਸੀਂ ਕਿਸੇ ਨਾਲ ਝਗੜਨਾ ਨਹੀਂ, ਕਿਸੇ ਨਾਲ ਬੈਸਣਾ ਨਹੀਂ।
ਜਿਹੜਾ ਸਾਨੂੰ ਗੁਰੂ ਨੇ ਮਾਰਗ ਦੱਸਿਆ, ਸਾਨੂੰ ਇਹ ਮੱਤ ਦਿੱਤੀ ਹੈ ਵੀ ਸਭਨਾ ਜੀਆਂ ਕਾ ਇੱਕ ਦਾਤਾ। ਕਹੋ ਨਾ ਸਾਰੇ, ਸਭਨਾ ਜੀਆਂ ਕਾ ਇੱਕ ਦਾਤਾ। 33 ਕਰੋੜ ਵਾਲੇ ਦੀ ਸੋਚ ਆਪਣੀ ਹੋ ਸਕਦੀ ਹੈ, ਤ੍ਰੈ ਸ਼ਕਤੀ ਵਾਲੇ ਦੀ ਸੋਚ ਆਪਣੀ ਹੋ ਸਕਦੀ ਹੈ। ਸਾਨੂੰ ਤੇ ਸਾਡੀ ਕਾਇਨਾਤ ਦਾ ਅੰਤ ਆਦ, ਸਾਡਾ ਨਿੱਜ ਦਾ ਆਦ, ਸਾਡੇ ਸਤਿਗੁਰੂ ਜੀ ਦੀ ਵਿਚਾਰ ਦਾ ਆਦ, ਮਤ ਦਾ ਆਦ ਕਿੱਥੋਂ ਹੈ? ਇੱਕ ਓੰਕਾਰ। ਸਿਰਫ ਇੱਕ ਓੰਕਾਰ। ਗੁਰੂ ਕੇ ਪਿਆਰ ਵਾਲਿਓ, ਤੁਹਾਨੂੰ ਸਮਝ ਆ ਜਾਏ ਨਾ, ਤੇ ਜਿਹੜੇ ਲੋਕ ਅੱਜ ਇਹ ਛੜਯੰਤਰ ਰਚ ਰਹੇ ਆ ਵੀ ਅਸੀਂ ਤੁਹਾਨੂੰ ਗਲਵੱਕੜੀ 'ਚ ਲੈ ਕੇ ਜਜ਼ਬ ਕਰ ਲੈਣਾ, ਉਹ ਕਦੀ ਕਾਮਯਾਬ ਨਹੀਂ ਹੋ ਸਕਣਗੇ ਜੇ ਸਿਰਫ ਇੱਕ ਓੰਕਾਰ ਕਿ ਵਾਹਿਗੁਰੂ ਇੱਕ ਹੈ, ਸਾਰਿਆਂ 'ਚ ਰਮਿਆ ਹੋਇਆ। ਉਹ ਸਾਰੀ ਜਿਹੜੀ ਵਿਪਰਵਾਦੀ ਸੋਚ ਹੈ ਨਾ, ਆਪਣੇ ਆਪ ਨੀਵੀਂ ਹੋ ਜਾਂਦੀ। ਨਾ ਤੇ ਅਸੀਂ 33 ਕਰੋੜ ਦੇ ਉਪਾਸ਼ਕ ਹਾਂ, ਤੇ ਨਾ ਅਸੀਂ ਵਰਨ ਵੰਡ ਨੂੰ ਕਹਿੰਦੇ ਵੀ ਆਹ ਉੱਚਾ ਹੈ ਨੀਵਾਂ ਹੈ। ਸਾਰਿਆਂ ਵਿੱਚ ਕੀ ਹੈ? ਇੱਕ ਓੰਕਾਰ। ਅੱਖਰ ਇੰਨਾ ਹੀ ਸਮਝ ਆ ਜਾਏ। ਸਾਡੀ ਵਿਲੱਖਣਤਾ ਵੀ ਹੈ, ਸਾਡੀ ਆਸਥਾ ਵੀ ਹੈ, ਸਾਡੀ ਸ਼ਕਤੀ ਵੀ ਹੈ। ਤੇ ਅਸੀਂ ਗੁਰੂ ਸਾਹਿਬ ਨੂੰ ਆ ਕੇ ਕਹਿਣਾ, ਗੁਰਾ ਇੱਕ। ਸਾਰੇ ਕਹੋ ਨਾ ਪੜਾ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਗੁਰਾ ਇੱਕ ਦੇਹ 부ਝਾਈ, ਗੁਰਾ ਇੱਕ ਦੇਹ 부ਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਦੋ ਗੱਲਾਂ ਧਿਆਨ 'ਚ ਰੱਖਿਓ ਸਾਧ ਸੰਗਤ ਜੀ। ਜਦੋਂ ਕਿਹਾ ਨਾ ਇੱਕ ਦੇਹ 부ਝਾਈ, ਇਹ ਹੈ ਸਾਡੀ ਵਿਲੱਖਣਤਾ, ਸਾਡੀ ਆਸਥਾ, ਸਾਡਾ ਮਾਰਗ, ਸਾਡਾ ਕੇਂਦਰ, ਸਾਡੀ ਸੁਰਤ ਦਾ ਮੁਕਾਮ। ਵੀ ਅਸੀਂ ਕੀਰਤਨ ਦੇ ਪੁਜਾਰੀ ਨਹੀਂ ਹਾਂ, ਅਸੀਂ ਇੱਕ ਦੇ ਪੁਜਾਰੀ ਹਾਂ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਜਦੋਂ ਡੰਕੇ ਦੀ ਚੋਟ ਤੇ ਇਹ ਗੱਲ ਕਹੀ ਨਾ ਜੀ, ਬਿਨ ਕਰਤਾਰ ਨਾ ਕੀਰਤਮ ਮਾਨੋ। ਧੰਨ ਕਲਗੀਧਰ ਪਾਤਸ਼ਾਹ ਕਹਿੰਦੇ ਅਸੀਂ ਕੀਰਤਨ ਦੇ ਪੁਜਾਰੀ ਨਹੀਂ, ਜਿਹੜਾ ਤੁਸੀਂ ਸੁਣਿਆ ਥਾਪਿਆ ਨਾ ਜਾਏ ਕੀਤਾ ਨਾ ਹੋਏ। ਜਦੋਂ ਇਹ ਗੱਲ ਜ਼ੋਰ ਦੇ ਕੇ ਕਹੀ ਤੇ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਅਸੀਂ ਬਾਕੀਆਂ ਨਾਲ ਨਫ਼ਰਤ ਕਰਨ ਲੱਗ ਪਏ। ਨਹੀਂ 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 ਭਾਈ, ਅਗਲਾ ਬਚਨ ਬੜਾ ਕਮਾਲ ਦਾ ਕਿਹਾ, ਸਭਨਾ ਜੀਆਂ ਕਾ ਇੱਕ ਦਾਤਾ। ਮਤਲਬ ਕਿ ਉਹ ਸਾਰਿਆਂ ਦਾ ਸਾਂਝਾ ਸਾਹਿਬ ਆਪ ਹਮਾਰਾ ਹੈ। ਵਿਲੱਖਣ ਹੋ ਕੇ ਵੀ ਅਸੀਂ ਸਾਰੀ ਮਨੁੱਖਤਾ ਨੂੰ ਪਿਆਰ ਕਰਨਾ, ਕਿਉਂਕਿ ਸਾਰੇ ਜਿਹੜਾ ਮੇਰਾ ਇੱਕ ਪਿਓ ਹੈ ਨਾ, ਉਹ ਵਰਨਾ ਕਰਕੇ ਦੇਵਤਾ ਨਹੀਂ ਹੈ, ਉਹ ਸਾਰੀ ਮਨੁੱਖਤਾ ਦਾ ਸਾਂਝਾ ਹੈ। ਏਕ ਪਿਤਾ ਏਕ ਸਕਿਹਾ ਮੁਬਾਰਕ, ਤੂੰ ਮੇਰਾ ਗੁਰਹਾਈ। ਇਸ ਬਚਨ 'ਚ ਦੋਨੋਂ ਹੀ ਗੱਲਾਂ ਨੇ ਸਾਧ ਸੰਗਤ ਜੀ। ਸਾਡੀ ਵਿਲੱਖਣਤਾ ਵੀ ਹੈ, ਸਾਡੀ ਸੋਚ ਦੀ, ਸਾਡੇ ਸਿਧਾਂਤ ਦੀ, ਸਾਡੀ ਆਸਥਾ ਦੀ, ਕਿ ਅਸੀਂ ਇੱਕ ਤੇ ਭਰੋਸਾ ਕਰਦੇ ਹਾਂ। ਤੇ ਸਾਡੀ ਸਾਂਝ ਵੀ ਹੈ ਸਾਰੀ ਮਨੁੱਖਤਾ ਦੀ, ਕਿ ਸਾਰੀ ਮਨੁੱਖਤਾ ਇੱਕ ਦੇ ਆਸਰੇ ਤੇ ਹੈ। ਦੋਨੋਂ ਗੱਲ ਮਹਾਰਾਜ ਨੇ ਕਮਾਲ ਸਿਧਾਂਤ ਸਿੱਖੀ ਦਾ ਦਿੱਤਾ, ਔਰ ਸੰਪੂਰਨ ਸਿਧਾਂਤ ਦਿੱਤਾ ਸਾਧ ਸੰਗਤ ਜੀ। ਜਪਜੀ ਸਾਹਿਬ ਪੜਾਂਗੇ, ਬਾਣੀ ਨੂੰ ਸਮਝਾਂਗੇ, ਬਾਣੀ ਸਾਡੇ ਘਰ ਵਿੱਚ, ਸਾਡੇ ਜੀਵਨ 'ਚ ਵਸੇਗੀ, ਸਾਡੇ ਖਤਰੇ ਮੁੱਕ ਜਾਣਗੇ। ਜਿਹੜੀਆਂ ਗੱਲਾਂ ਤੋਂ ਅੱਜ ਜਿੱਦਾਂ ਦਾ ਹਾਲਾਤ ਬਣਿਆ ਸਿੱਖ ਡਰ ਰਹੇ ਆ ਨਾ ਜੀ, ਇੱਕੋ ਹੀ ਇੱਕ ਸਾਧਨ ਹੈ, ਬਾਣੀ ਨੂੰ ਸਮਝ ਕੇ ਬਾਣੀ ਨੂੰ ਮੰਨਣਾ ਸ਼ੁਰੂ ਕਰ ਦਈਏ, ਚਿੰਤਾ ਨਹੀਂ ਰਹੇਗੀ ਕੋਈ ਵੀ। ਭਾਈ ਪ੍ਰੇਮ 'ਚ ਭਿੱਜ ਕੇ ਆਪਣੇ ਪਰਿਵਾਰਾਂ 'ਚ ਬੈਠ ਕੇ ਰੋਜ਼ ਜਪਜੀ ਸਾਹਿਬ ਪੜ੍ਹੋ, ਜਪਜੀ ਸਾਹਿਬ ਨੂੰ ਸਮਝਣ ਦਾ ਯਤਨ ਕਰੋ। ਤੁਹਾਡੇ ਘਰ ਦੇ ਵਿੱਚ ਦਾਤਾ ਵਸੇਗਾ, ਜਿਹੜਾ ਸਾਰਿਆਂ ਦਾ, ਊਚ ਦਾ ਨੀਚ ਕੋਈ ਵਿਤਕਰਾ ਨਹੀਂ, ਉੱਤਰ ਦੱਖਣ ਪੂਰਬ ਪੱਛਮ ਦਾ, ਜਿਹੜਾ ਇੱਕ ਦਾਤਾ, ਕਿਸੇ ਨਾਲ ਵੀ ਨਹੀਂ ਵੈਰ, ਜਿਹੜਾ ਜਿਹਨੂੰ ਵੈਰੀ ਵੀ ਸਮਝਦੇ ਆ। ਸਭਨਾ ਜੀਆਂ ਕਾ, ਸਿਰਫ ਮਨੁੱਖਾਂ ਦਾ ਹੀ ਨਹੀਂ, ਸਿਰਫ ਸਿੱਖਾਂ ਦਾ ਹੀ ਨਹੀਂ, ਮੁਸਲਮਾਨਾਂ ਦਾ ਵੀ ਉਹੀ ਦਾਤਾ ਹੈ, ਹਿੰਦੂਆਂ ਦਾ ਵੀ ਉਹੀ ਦਾਤਾ ਹੈ, ਇਨਸਾਨਾਂ ਦਾ ਵੀ ਉਹੀ ਦਾਤਾ ਹੈ। ਤੇ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜ਼ਕ, ਸਭਨਾ ਜੀਆਂ ਕਾ
ਇੱਕ ਦਾਤਾ। ਕੈਸੀ ਸਾਂਝ ਹੈ ਜੀ ਸਾਡੀ ਤੇ ਪੱਥਰਾਂ 'ਚ ਬੈਠੇ ਜੀਵਾਂ ਨਾਲ ਵੀ ਸਾਂਝ ਹੈ, ਕਿਉਂਕਿ ਸਾਡਾ ਇੱਕੋ ਦਾਤਾ ਹੈ। ਫਿਰ ਸਾਡੇ ਕੋਲ ਤਾਂ ਨਫ਼ਰਤ ਹੈ ਹੀ ਨਹੀਂ ਸਾਧ ਸੰਗਤ ਜੀ, ਵੀ ਇਹਨੂੰ ਅਸੀਂ ਧਰਮ ਮੰਦਰ 'ਚ ਨਹੀਂ ਵੜਨ ਦੇਣਾ, ਇਹਦੇ ਕੱਪੜੇ ਨਹੀਂ ਠੀਕ, ਇਹਦੀ ਇਬਾਦਤ ਨਹੀਂ ਠੀਕ। ਨਹੀਂ ਭਾਈ, ਸਾਰਿਆਂ ਦਾ ਇੱਕ ਪਿਓ ਹੈ, ਇੱਕ ਦਾਤਾ ਹੈ, ਸਾਰੇ ਇੱਕ ਦੀ ਸੰਤਾਨ ਨੇ, ਤੇ ਉਹ ਇੱਕ ਹੀ ਸਾਡਾ ਸਿਧਾਂਤ ਹੈ, ਸਾਡਾ ਮੂਲ ਹੈ। ਮਹਾਰਾਜ ਬਖਸ਼ਿਸ਼ ਕਰਨ। ਜਪਜੀ ਸਾਹਿਬ ਜਿੱਥੇ ਸਾਡੇ ਲਈ ਰੂਹਾਨੀ ਸਕੂਨ ਹੈ, ਉੱਥੇ ਧਵਜ ਹੈ, ਸਿੱਖੀ ਦਾ ਝੰਡਾ ਹੈ। ਗੁਰੂ ਨਾਨਕ ਦਾ ਜਿਹੜਾ ਸਿੱਕਾ ਸੀ ਨਾ ਨਿਰਮਲ ਪੰਥ ਦਾ, ਇਹ ਝੂਲਦਾ ਹੋਇਆ ਧਵਜ ਹੈ। ਜਿੱਦਣ ਜਪਜੀ ਸਾਹਿਬ ਸਾਡੇ ਰੋਮ ਰੋਮ 'ਚ ਰਚ ਗਿਆ, ਉਦਣ ਸਾਨੂੰ ਸਮਝ ਆਏਗੀ ਗੁਰੂ ਨਾਨਕ ਦਾ ਨਿਆਰਾ ਪੰਥ ਹੈ ਕੀ ਹੈ। ਸਾਰਿਆਂ ਦਾ ਬਹੁਤ ਧੰਨਵਾਦ ਜੀ, ਬਹੁਤ ਪਿਆਰ ਇਕਾਗਰਤਾ ਤੁਸੀਂ ਬਖਸ਼ੀ ਹੈ। ਅਸੀਸ ਦਿਓ ਕੱਲ ਨੂੰ ਮਹਾਰਾਜ ਫਿਰ ਇੱਦਾਂ ਸੇਵਾ ਲੈਣ। ਸਾਰਿਆਂ ਨੂੰ ਫਿਰ ਕੋਈ ਭੁੱਲ ਗਲਤੀ ਹੋਈ ਹੋਵੇ ਖਿਮਾ ਮੰਗ ਕੇ ਸਿਰ ਝੁਕਾ ਕੇ ਗੁਰੂ ਕੀ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।